बहुत बहुत धन्नवाद करते हैं ਜਿਹੜੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹ 10ਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਸਾਡੇ ਕੋਲ ਇੱਥੇ ਪਹੁੰਚੇ ਨੇ। ਅੱਜ ਦੀ ਜਿਹੜੀ ਵਿਸ਼ੇਸ਼ ਇਕੱਤਰਤਾ ਸਾਡੀ ਮੀਟਿੰਗ ਗੁਰਦੁਆਰਾ ਨਾਢਾ ਸਾਹਿਬ ਵਿਖੇ ਹੋਈ ਹੈ, ਜਿਹਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਹਰਿਆਣੇ ਦੇ ਵਿੱਚੋਂ ਕੁਝ ਜਥੇਬੰਦੀਆਂ ਦੇ ਸਿੱਖ ਆਗੂ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਮੈਂਬਰ ਦਾਸ ਬਲਜੀਤ ਸਿੰਘ ਦਾਦੂਵਾਲ, ਸਾਡੇ ਸਾਬਕਾ ਜਨਰਲ ਸਕੱਤਰ ਸਰਦਾਰ ਗੁਰਵਿੰਦਰ ਸਿੰਘ ਧਮੀਜਾ, ਸਾਡੇ ਸੀਨੀਅਰ ਮੈਂਬਰ ਸਰਦਾਰ ਸੁਦਰਸ਼ਨ ਸਿੰਘ ਜੀ ਸਹਿਗਲ ਅੰਬਾਲਾ ਤੋਂ, ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਨਾ ਨਗਰ ਤੋਂ ਔਰ ਸਰਦਾਰ TP ਸਿੰਘ ਜੀ ਅੰਬਾਲਾ, ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸਾਹਿਬਾਨ, ਸਾਡੇ ਜਥੇਦਾਰ ਚਰਨ ਸਿੰਘ ਜੀ ਪ੍ਰੇਮਪੁਰਾ USA ਤੋਂ, ਸਾਡੇ ਜਥੇਦਾਰ ਰਜਿੰਦਰ ਸਿੰਘ ਜੀ ਬਕਾਲਾ ਔਰ ਜਥੇਦਾਰ ਗੁਰਵੀਰ ਸਿੰਘ ਜੀ ਤਲਾਕੌਰ ਕਿਸਾਨ ਆਗੂ ਸਾਡੇ, ਔਰ ਹੋਰ ਬਹੁਤ ਸਾਰੇ ਸਿੰਘ ਜਿਹੜੇ ਆ ਅੱਜ ਇੱਥੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਪਹੁੰਚੇ ਆ। ਇੱਥੇ ਇਕੱਤਰਤਾ ਕਰਕੇ ਜੋ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਪ੍ਰੈਸ ਦੇ ਰਾਹੀਂ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ। ਆਪ ਸਾਰਿਆਂ ਨੂੰ ਪਤਾ ਹੀ ਆ ਕਿ ਸਰਬੱਤ ਖਾਲਸਾ 1986 ਦੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤਾ ਗਿਆ, ਬੇਕਸੂਰ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ। ਉਸ ਤੋਂ ਬਾਅਦ 1986 ਦੇ ਵਿੱਚ ਸਰਬੱਤ ਖਾਲਸਾ ਹੋਇਆ, ਪੂਰੀ ਕੌਮ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਹੋਈ, ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਥਾਪਿਆ ਗਿਆ, ਜਿਹੜੇ ਬੜੇ ਬਾਣੀ ਦੇ ਧਾਰਨੀ, ਨਾਮ ਬਾਣੀ ਦੇ ਰਸੀਏ ਅਤੇ ਗੁਰਬਾਣੀ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਅੰਮ੍ਰਿਤ ਸੰਚਾਰ ਕੀਤਾ, ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ। ਪਰ ਸਮੇਂ ਦੀ ਜ਼ਾਲਮ ਹਕੂਮਤ 2% ਵੋਟਾਂ ਲੈ ਕੇ ਪੰਜਾਬ ਦੇ ਵਿੱਚ ਬੇਅੰਤ ਸਿੰਘ ਦੀ ਮੁੱਖ ਮੰਤਰੀ ਦੀ ਸਰਕਾਰ ਬਣੀ ਸੀ ਕਾਂਗਰਸ ਦੀ, ਜਿਨ੍ਹਾਂ ਨੇ ਬੇਤਹਾਸ਼ਾ ਸਿੱਖ ਨੌਜਵਾਨਾਂ ਤੇ ਜ਼ੁਲਮ ਕੀਤਾ, ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਸ਼ਹੀਦ ਕਰ ਦਿੱਤਾ ਸੀ। ਔਰ ਇਸੇ ਤਰ੍ਹਾਂ 25 ਦਸੰਬਰ 1992 ਨੂੰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗੁਰਦੁਆਰਾ ਗੁਰੂਸਰ ਕੌਂਕੇ ਤੋਂ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਗ੍ਰਿਫਤਾਰ ਕਰਕੇ ਪੁਲਿਸ ਹਿਰਾਸਤ ਵਿੱਚ ਲੈ ਗਏ, ਜਿਨ੍ਹਾਂ ਤੇ ਅੰਨਾ ਤਸ਼ੱਦਦ ਕੀਤਾ ਗਿਆ, ਅਣਮਨੁੱਖੀ ਤਸ਼ੱਦਦ ਕੀਤਾ ਗਿਆ ਜਥੇਦਾਰ ਕੌਂਕੇ ਸਾਹਿਬ ਤੇ। ਔਰ ਕੁਝ ਦਿਨਾਂ ਬਾਅਦ 1 ਜਨਵਰੀ 1993 ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪੁਲਿਸ ਹਿਰਾਸਤ ਦੇ ਵਿੱਚ ਹੀ, ਤੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ ਦੇ ਵਿੱਚ ਜਿਹੜਾ ਸੀਗਾ ਰੋੜ ਦਿੱਤਾ ਗਿਆ ਤੇ ਮਨਕੜੰਤ ਕਹਾਣੀ ਜਿਹੜੀ ਸੀ ਉਹ ਘੜੀ ਗਈ। ਮੌਕੇ ਦੀ ਜ਼ਾਲਮ ਸਰਕਾਰ ਔਰ ਪੁਲਿਸ ਅਫਸਰ ਸਵਰਨ ਸਿੰਘ ਘੋਟਣਾ ਜੋ SSP ਸੀਗਾ ਤੇ ਉਹਦੇ ਬਾਕੀ ਜਿਹੜੇ ਪੁਲਿਸ ਮੁਲਾਜ਼ਮ ਸਾਥੀ ਸੀ ਕਿ ਜਥੇਦਾਰ ਸਾਹਿਬ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਏ ਆ, ਜਦੋਂ ਕਿ ਜਥੇਦਾਰ ਸਾਹਿਬ ਨੂੰ ਪੁਲਿਸ ਹਿਰਾਸਤ 'ਚ ਸ਼ਹੀਦ ਕਰਕੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਦਰਿਆ ਵਿੱਚ ਰੋੜਿਆ ਗਿਆ ਸੀਗਾ। 1993 ਦੀ ਇਹ ਜਿਹੜੀ ਘਟਨਾ ਸੀ, ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਜਿਹੜਾ ਸੀਗਾ ਉਹ ਰੋਸ ਫੈਲਿਆ, ਪਰ ਪੁਲਿਸ ਨੇ ਕਹਾਣੀ ਬਣਾਈ ਕਿ ਜਥੇਦਾਰ ਸਾਹਿਬ ਫਰਾਰ ਹੋ ਗਏ। ਉਸ ਵੇਲੇ ਬੇਅੰਤ ਸਿੰਘ ਮੁੱਖ ਮੰਤਰੀ ਦੀ ਸਰਕਾਰ ਸੀ। 1995 ਦੇ ਵਿੱਚ ਬੇਅੰਤ ਸਿੰਘ ਦਾ ਜਿਹੜਾ ਸੀਗਾ ਮਰਡਰ ਹੋਇਆ, ਔਰ ਉਸ ਤੋਂ ਬਾਅਦ ਜਿਹੜਾ ਸੀ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਜਿਨ੍ਹਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਜਥੇਦਾਰ ਕੌਂਕੇ ਸਾਹਿਬ ਦੇ ਸਮੇਤ ਬਾਕੀ ਜਿਹੜੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰ ਆ ਜਿਨ੍ਹਾਂ ਬੇਕਸੂਰਾਂ ਨੂੰ ਕੋਹ ਕੇ ਸ਼ਹੀਦ ਕੀਤਾ, ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਕੇ ਸਖਤ ਸਜ਼ਾਵਾਂ ਦੇਵਾਂਗੇ। ਪਰ ਜਦੋਂ ਪੰਥ ਤੇ ਪੰਜਾਬ ਨੇ 1997 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਾ ਦਿੱਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਦਿਆਂ ਹੀ ਆਪਣੇ ਇਹਨਾਂ ਵਾਅਦਿਆਂ ਨੂੰ ਜਿਹੜਾ ਸੀਗਾ ਉਹ ਭੁੱਲ ਜਾਣਾ ਕੀਤਾ। ਬਾਅਦ ਵਿੱਚ ਜਦੋਂ ਪੰਥ ਦੇ ਆਗੂ ਜਾਂ ਪੰਥਕ ਸ਼ਖਸੀਅਤਾਂ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ 1997 'ਚ ਮਿਲ ਕੇ ਰੋਸ ਕੀਤਾ ਕਿ ਜਥੇਦਾਰ ਕੌਂਕੇ ਸਾਹਿਬ ਦੇ ਜਿਹੜਾ ਕਤਲ ਦਾ ਇਨਸਾਫ ਦਿੱਤਾ ਜਾਵੇ, ਤਾਂ ਇੱਕ ਮੈਂਬਰੀ ਜਿਹੜਾ ਉਸ ਵੇਲੇ ਦਾ IPS ਆਫੀਸਰ ADGP BP ਤਿਵਾੜੀ, ਜਿਹੜਾ ਗੈਰ ਸਿੱਖ ਸੀ ਪਰ ਇਮਾਨਦਾਰ ਪੁਲਿਸ ਅਫਸਰ ਸੀ, ਉਹਦੀ ਇੱਕ ਮੈਂਬਰੀ ਜਾਂਚ ਕਮਿਸ਼ਨ ਜਿਹੜਾ ਸੀ ਬਣਾਇਆ ਗਿਆ। ਤਾਂ BP ਤਿਵਾੜੀ ਸਾਹਿਬ ਨੇ ਨਿਰਪੱਖ ਜਿਹੜੀ ਜਾਂਚ ਕਰਕੇ ਆਪਣੀ ਰਿਪੋਰਟ 1 ਸਾਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸੌਂਪ ਦਿੱਤੀ ਤੇ ਉਹਦੇ ਵਿੱਚ ਦੋਸ਼ੀਆਂ ਦੇ ਨਾਂ ਜਿਹੜੇ ਸੀ ਉਹ ਨਸ਼ਰ ਕਰ ਦਿੱਤੇ ਔਰ ਦੱਸਿਆ ਕਿ ਇਹਦੇ ਤੇ FIR ਬਣਦੀ ਹੈ, ਜਥੇਦਾਰ ਸਾਹਿਬ ਨੂੰ ਪੁਲਿਸ ਹਿਰਾਸਤ 'ਚ ਸ਼ਹੀਦ ਕੀਤਾ ਗਿਆ ਵਾ, ਇਹਦੇ FIR ਦਰਜ ਕਰਕੇ ਤਹਿਕੀਕਾਤ ਹੋਣੀ ਚਾਹੀਦੀ ਹੈ। ਪਰ ਪ੍ਰਕਾਸ਼ ਸਿੰਘ ਬਾਦਲ ਆਪਣਾ ਵਾਅਦਾ ਵਫਾ ਨਾ ਕੀਤਾ ਤੇ ਉਸ ਰਿਪੋਰਟ ਨੂੰ ਆਪਣੇ ਸਿਰਹਾਣੇ ਥੱਲੇ ਦੱਬ ਲਿਆ। 3 ਵਾਰ ਉਸ ਤੋਂ ਬਾਅਦ ਚੀਫ ਮਿਨਿਸਟਰ ਬਣੇ ਪ੍ਰਕਾਸ਼ ਸਿੰਘ ਬਾਦਲ,
ਪਰ ਉਹਨਾਂ ਨੇ ਉਹ ਜਿਹੜੀ ਜਾਂਚ ਸੀਗੀ ਰਿਪੋਰਟ ਉਹਨੂੰ ਨਸ਼ਰ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਬਣੀ 2 ਵਾਰ, ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਦਾ ਕੋਈ ਜਥੇਦਾਰ ਕੌਂਕੇ ਸਾਹਿਬ ਦੇ ਜਿਹੜਾ ਕਤਲ ਦਾ ਇਨਸਾਫ ਨਹੀਂ ਦਿੱਤਾ। ਜਿੰਨੀਆਂ ਸਰਕਾਰਾਂ ਬਣੀਆਂ ਕਿਸੇ ਨੇ ਇਨਸਾਫ ਨਹੀਂ ਦਿੱਤਾ, ਸਗੋਂ ਹੋਰ ਉੱਤੇ ਫਰਜ਼ੀ ਸਿੱਟਾਂ ਬਣਾ ਕੇ ਬੀਪੀ ਤਵਾੜੀ ਵਾਲੀ ਸਿੱਟ ਦੀ ਜਿਹੜੀ ਰਿਪੋਰਟ ਸੀ ਉਹਨੂੰ ਮਿੱਟੀ ਘੱਟੇ ਰੋਲਣ ਦਾ ਯਤਨ ਕੀਤਾ ਗਿਆ। 31 ਸਾਲਾਂ ਬਾਅਦ ਹੁਣ ਜਥੇਦਾਰ ਕੌਂਕੇ ਸਾਹਿਬ ਦੀ ਜਿਹੜੀ ਉਹ ਜਾਂਚ ਰਿਪੋਰਟ ਸੀ IPS ਆਫੀਸਰ ਬੀਪੀ ਤਵਾੜੀ ਦੀ, ਉਹ ਮਨੁੱਖੀ ਅਧਿਕਾਰ ਸੰਗਠਨ ਦੇ ਵੱਲੋਂ ਨਸ਼ਰ ਕੀਤੀ ਗਈ ਆ। ਪੂਰੇ ਪੰਥ ਵਿੱਚ ਰੋਹ ਫੈਲਿਆ ਕਿ ਉਹ ਜਿਹੜੀ ਜਾਂਚ ਰਿਪੋਰਟ ਸੀ ਉਹ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਉਂ ਦਬਾ ਕੇ ਰੱਖੀ। ਅੱਜ ਉਹ ਜਿਹੜੀ ਰਿਪੋਰਟ ਆ ਨਸ਼ਰ ਹੋਈ ਆ ਤਾਂ ਪਹਿਲੀ ਵਾਰ ਆ ਕਿ ਪੰਥ ਨੇ 1 ਜਨਵਰੀ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੌਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ। ਇਸ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਤੇ ਕੁਝ ਸਿੱਖ ਸੰਗਤਾਂ ਜਿਹੜੀਆਂ ਸੀ ਉਹ ਕੌਂਕੇ ਨਗਰ ਦੇ ਵਿੱਚ ਉਹਨਾਂ ਦੀ ਯਾਦ ਹਰ ਸਾਲ 1 ਜਨਵਰੀ ਨੂੰ ਮਨਾਉਂਦੇ ਸੀਗੇ। ਪਰ ਇਹ ਪਹਿਲੀ ਵਾਰ ਹੈ ਕਿ 31 ਸਾਲਾਂ ਬਾਅਦ ਅਸੀਂ ਆਪਣੇ ਕੌਮ ਦਾ ਜਥੇਦਾਰ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਤੇ ਪੂਰੀ ਕੌਮ ਨੇ ਸਰਬੱਤ ਖਾਲਸਾ ਨੇ ਲਾਇਆ ਹੋਵੇ। ਦੁੱਖ ਦੀ ਗੱਲ ਕਿ ਅਸੀਂ 31 ਸਾਲ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਕੌਮ ਵੱਲੋਂ ਨਹੀਂ ਮਨਾ ਸਕੇ, ਕਿਉਂਕਿ ਉਹਨਾਂ ਦੀ ਰਿਪੋਰਟ ਹੀ ਜਨਤਕ ਨਹੀਂ ਹੋਣ ਦਿੱਤੀ। ਇਹੀ ਕਹਾਣੀ ਕਿ ਉਹਦਾ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਏ ਆ। ਇਹ ਕਹਾਣੀ ਭਾਵੇਂ ਕਿ ਜਿਹੜੇ ਚਸ਼ਮਦੀਦ ਸੀ ਉਹਨਾਂ ਨੂੰ ਪਤਾ ਸੀ ਕਿ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਗਵਾਹੀਆਂ ਵੀ ਦਿੱਤੀਆਂ ਸਮੇਂ-ਸਮੇਂ ਜਾਂਚ ਕਮਿਸ਼ਨਾਂ ਨੂੰ, ਸਮੇਂ-ਸਮੇਂ ਮੀਡੀਆ ਨੂੰ, ਕਿ ਜਥੇਦਾਰ ਸਾਹਿਬ ਨੂੰ ਪੁਲਿਸ ਹਿਰਾਸਤ 'ਚ ਕੋ ਕੇ ਸ਼ਹੀਦ ਕੀਤਾ ਗਿਆ ਸੀਗਾ। ਤਾਂ ਹੁਣ ਜਥੇਦਾਰ ਕੌਂਕੇ ਸਾਹਿਬ ਦਾ 31 ਸਾਲਾਂ ਬਾਅਦ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਤੇ 1 ਜਨਵਰੀ ਨੂੰ ਮਨਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਪਾਤਸ਼ਾਹੀ ਨੌਵੀਂ ਦਾ ਜਿੱਥੇ ਸਤਿਗੁਰਾਂ ਦਾ ਧੜ ਦਾ ਸੰਸਕਾਰ ਕੀਤਾ ਸੀ ਭਾਈ ਲੱਖੀ ਸਾਹਿਬ ਵਣਜਾਰੇ ਨੇ, ਦਿੱਲੀ ਦੇ ਵਿੱਚ ਦਿੱਲੀ ਕਮੇਟੀ ਵੱਲੋਂ ਮਨਾਇਆ ਗਿਆ। ਅਸੀਂ ਹਰਿਆਣੇ ਦੀਆਂ ਸਿੱਖ ਸੰਗਤਾਂ ਨੇ, ਸਿੱਖ ਜਥੇਬੰਦੀਆਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ। ਆ ਸਾਡੇ ਮੈਂਬਰ ਸਾਹਿਬਾਨ ਇੱਥੇ ਸਾਰੇ ਸੀਨੀਅਰ ਬੈਠੇ ਨੇ, ਆਗੂ ਸਾਹਿਬਾਨ ਬੈਠੇ ਨੇ ਕਿ ਜਥੇਦਾਰ ਕੌਂਕੇ ਸਾਹਿਬ ਦਾ ਸ਼ਹੀਦੀ ਦਿਹਾੜਾ ਹਰਿਆਣੇ ਦੀਆਂ ਸਿੱਖ ਸੰਗਤਾਂ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਲੋਂ ਵੀ ਮਨਾਇਆ ਜਾਵੇ। ਉਹਨਾਂ ਦਾ ਸ਼ਹੀਦੀ ਦਿਹਾੜਾ 23 ਤਰੀਕ ਨੂੰ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਇੱਥੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਪ੍ਰਾਰੰਭ ਕਰਵਾ ਰਹੇ ਹਾਂ, ਜਿਨ੍ਹਾਂ ਦੇ ਭੋਗ 25 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਇੱਥੇ ਜਿਹੜਾ ਹੈ ਗੁਰੂ ਦੇ ਦਰਬਾਰ ਦੇ ਵਿੱਚ ਜਥੇਦਾਰ ਸਾਹਿਬ ਦਾ ਸ਼ਹੀਦੀ ਸਮਾਗਮ ਪੰਥਕ ਆਗੂ ਵੱਖ-ਵੱਖ ਸਟੇਟਾਂ ਤੋਂ, ਹਰਿਆਣੇ ਚੋਂ, ਪੰਜਾਬ ਚੋਂ, ਦਿੱਲੀ ਤੋਂ ਸਿੱਖ ਸੰਸਥਾਵਾਂ ਦੇ ਆਗੂ ਇੱਥੇ ਪਹੁੰਚਣਗੇ। ਜਥੇਦਾਰ ਕੌਂਕੇ ਸਾਹਿਬ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਤੇ ਜਥੇਦਾਰ ਕੌਂਕੇ ਸਾਹਿਬ ਦੇ ਪਰਿਵਾਰ ਨੂੰ ਇੱਥੇ ਪੰਥ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣੇ ਦੀਆਂ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਵੱਲੋਂ ਸਨਮਾਨਿਤ ਕੀਤਾ ਜਾਊਗਾ। ਔਰ ਮੈਂ ਅਪੀਲ ਕਰਨੀ ਚਾਹੁੰਦਾ ਕਿ ਹਰਿਆਣੇ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਜੋ ਪੰਥ ਦਾ ਦਰਦ ਰੱਖਦੀਆਂ ਨੇ ਔਰ ਹੋਰ ਵੀ ਸਟੇਟਾਂ ਦੇ ਅੰਦਰੋਂ ਸਿੱਖ ਹੁੰਮ ਹਮਾ ਕੇ, ਕਿਉਂਕਿ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਸਥਾਨ ਹੈ ਗੁਰਦੁਆਰਾ ਨਾਢਾ ਸਾਹਿਬ, ਜਿੱਥੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੀ ਤੇ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ। ਔਰ ਇੱਥੇ ਇਹ ਜਿਹੜਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਜਥੇਦਾਰ ਸਾਹਿਬ ਦਾ ਮਨਾਇਆ ਜਾ ਰਿਹਾ। ਜਥੇਦਾਰ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਇਨਸਾਫ ਦੀ ਲੜਾਈ ਅੱਗੇ ਲੜਨੀ ਹੈ, ਕਿਉਂਕਿ ਉਹਨਾਂ ਦੇ ਕਾਤਲਾਂ ਨੂੰ, ਜਿਨ੍ਹਾਂ ਨੇ ਕਤਲ ਕੀਤਾ, ਉਹਨਾਂ ਨੂੰ ਜਿਹੜੇ ਮਰ ਗਏ ਆ ਉਹ ਤਾਂ ਗਏ, ਔਰ ਜਿਹੜੇ ਜਿਉਂਦੇ ਆ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕਰਕੇ ਸਜ਼ਾਵਾਂ ਦਿੱਤੀਆਂ ਜਾਣ। ਔਰ ਜਿਨ੍ਹਾਂ ਨੇ ਜਥੇਦਾਰ ਸਾਹਿਬ ਦੀ ਜਾਂਚ ਰਿਪੋਰਟ ਨੂੰ ਆਪਣੇ ਸਿਰਹਾਣੇ ਥੱਲੇ ਦੱਬ ਕੇ ਰੱਖਿਆ, ਪ੍ਰਕਾਸ਼ ਸਿੰਘ ਬਾਦਲ 3 ਵਾਰ ਦਾ ਚੀਫ ਮਿਨਿਸਟਰ, ਭਾਵੇਂ ਉਹ ਵੀ ਅਕਾਲ ਚਲਾਣਾ ਕਰ ਗਿਆ, ਪਰ ਉਹਨੇ ਜੋ ਆਪਣੇ ਥਾਪੇ ਜਥੇਦਾਰਾਂ ਵੱਲੋਂ ਪੰਥ ਰਤਨ ਤੇ ਫਖਰੇ ਕੌਮ ਲਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਹ ਵਾਪਸ ਲੈਣ ਦੀ, ਭਾਵੇਂ ਕਿ ਸਰਬੱਤ ਖਾਲਸਾ 2015 ਦੇ ਵਿੱਚ ਪੰਥ ਦੇ ਵੱਲੋਂ ਵਾਪਸ ਲੈ ਲਿਆ ਗਿਆ ਸੀ, ਪਰ ਜਿਨ੍ਹਾਂ ਜਥੇਦਾਰਾਂ ਵੱਲੋਂ ਉਹ ਦਿੱਤਾ ਗਿਆ ਉਹ ਵਾਪਸ ਲੈਣ ਵਾਸਤੇ ਪੰਥਕ ਜਥੇਬੰਦੀਆਂ ਨੇ 1 ਤਰੀਕ ਨੂੰ ਵੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਹੁਣਾਂ ਨੂੰ ਮੰਗ ਪੱਤਰ ਦਿੱਤਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਤਾ ਪਾ ਕੇ ਦਿੱਤਾ। ਸਾਡੇ ਵੱਲੋਂ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣੇ ਦੀਆਂ ਸੰਗਤਾਂ ਦੇ ਵੱਲੋਂ ਵੀ ਇਹ ਮੰਗ ਆ ਕਿ ਪ੍ਰਕਾਸ਼ ਸਿੰਘ ਬਾਦਲ ਜੋ 3 ਵਾਰ ਚੀਫ ਮਿਨਿਸਟਰ ਪੰਥ ਦੇ ਨਾਂ ਤੇ ਬਣਿਆ ਪਰ ਪੰਥ ਦੇ ਜਥੇਦਾਰ ਦਾ ਇਨਸਾਫ ਨਹੀਂ ਕਰ ਸਕਿਆ, ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਉਹਦਾ ਪੰਥ ਰਤਨ ਤੇ ਫਖਰੇ ਕੌਮ ਵਾਪਸ ਲਿਆ ਜਾਣਾ ਚਾਹੀਦਾ। ਤੇ ਸੁਖਬੀਰ ਸਿੰਘ ਬਾਦਲ ਜੋ 8 ਸਾਲ ਅਕਾਲੀ ਸਰਕਾਰ ਦੇ ਸਮੇਂ ਡਿਪਟੀ CM ਰਿਹਾ ਤੇ ਹੋਮ ਮਿਨਿਸਟਰ ਰਿਹਾ, ਜਿਹਦੇ ਅੰਡਰ ਪੰਜਾਬ ਪੁਲਿਸ ਸੀ, ਉਹਨੇ ਵੀ ਇਸ ਗੱਲ ਦਾ ਇਨਸਾਫ ਨਹੀਂ ਦਿੱਤਾ।
ਜੇ ਜਥੇਦਾਰ ਕੌਂਕੇ ਸਾਹਿਬ ਦੇ ਕਤਲ ਦਾ ਇਨਸਾਫ ਕੀਤਾ ਜਾਵੇ, ਸਗੋਂ ਕਾਤਲ ਪੁਲਿਸ ਅਫਸਰਾਂ ਨੂੰ ਸਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ, ਇਜ਼ਰਾ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਤੇ ਉਹਦੀ ਘਰਵਾਲੀ ਨੂੰ ਐਮਐਲਏ ਬਣਾਇਆ ਗਿਆ, ਅਕਾਲੀ ਦਲ ਵੱਲੋਂ ਪਾਰਲੀਮਾਨੀ ਸਕੱਤਰ ਲਾਇਆ ਗਿਆ। ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੇ ਕਤਲਾਂ ਦਾ ਇਨਸਾਫ ਤਾਂ ਕੀ ਲੈਣਾ ਸੀ, ਉਲਟਾ ਜਿਹੜੇ ਕਤਲ ਕਰਨ ਵਾਲੇ ਸੀ ਪੁਲਿਸ ਅਫਸਰ ਉਹਨਾਂ ਨੂੰ ਉੱਚੇ ਅਹੁਦਿਆਂ ਨਾਲ ਨਵਾਜਿਆ ਗਿਆ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਬਣਦੀ ਧਾਰਮਿਕ ਸਜ਼ਾ ਲਾਈ ਜਾਵੇ। ਔਰ ਜੋ ਪੰਥ ਦੇ ਵੱਲੋਂ ਇਨਸਾਫ ਦੀ ਲੜਾਈ ਆਰੰਭੀ ਗਈ ਹੈ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਉਹ ਪੰਥ ਦੀਆਂ ਹੋਰ ਜਥੇਬੰਦੀਆਂ ਨੇ, ਸਾਂਝੇ ਤੌਰ ਤੇ ਅਸੀਂ ਜਿਹੜਾ ਹੈ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਹਰਿਆਣੇ ਦੀਆਂ ਸੰਗਤਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਪੂਰਾ ਸਾਥ ਦੇਵਾਂਗੇ ਤਾਂ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾਵੇ। ਔਰ ਜਿਹੜੇ ਪੰਥ ਰਤਨ ਤੇ ਫਖਰੇ ਕੌਮ ਪੰਥ ਕੋਲੋਂ ਲੈ ਕੇ ਪੰਥ ਦਾ ਹੀ ਨੁਕਸਾਨ ਕਰਦੇ ਰਹੇ, ਉਹਨਾਂ ਦਾ ਫਖਰੇ ਕੌਮ ਪੰਥ ਰਤਨ ਵਾਪਸ ਲਿਆ ਜਾਵੇ ਔਰ ਕਾਨੂੰਨ ਉਹਨਾਂ ਨੂੰ ਧਾਰਮਿਕ ਕਟਹਿਰੇ 'ਚ ਖੜਾ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਮੈਂ ਅਪੀਲ ਕਰਦਾ ਸਿੱਖ ਸੰਗਤਾਂ ਨੂੰ ਕਿ 25 ਜਨਵਰੀ ਨੂੰ ਵਹੀਰਾਂ ਘੱਤ ਕੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਪਹੁੰਚੋ, ਕਿਉਂਕਿ ਇੱਥੇ ਜਥੇਦਾਰ ਕੌਂਕੇ ਸਾਹਿਬ ਦਾ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਸਨ, ਜਿੱਦਾਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ ਸੀ ਸਮੇਂ ਦੀ ਜ਼ਾਲਮ ਮੁਗਲ ਹਕੂਮਤ ਦੇ ਵੱਲੋਂ, ਇਸੇ ਤਰ੍ਹਾਂ ਜਥੇਦਾਰ ਕੌਂਕੇ ਸਾਹਿਬ ਦਾ ਬੰਦ ਕੱਟ ਕੇ ਉਹਨਾਂ ਦੇ ਸਰੀਰ ਦੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਰੋੜਿਆ ਗਿਆ। ਉਹਨਾਂ ਨੂੰ ਜਥੇਦਾਰ ਕੌਂਕੇ ਸਾਹਿਬ ਜਿਹੜੇ ਚੜ੍ਹਦੀ ਕਲਾ ਵਾਲੇ ਸਿੱਖ ਸੀ, ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਆਪਾਂ 25 ਤਰੀਕ ਨੂੰ ਹਰਿਆਣੇ ਦੇ ਵਿੱਚ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਵਿਖੇ ਮਨਾ ਰਹੇ ਹਾਂ। ਸਾਰੀਆਂ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸੰਗਤਾਂ ਵਹੀਰਾਂ ਘੱਤ ਕੇ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸਾਹਿਬਾਨ, ਸਾਬਕਾ ਮੈਂਬਰ ਸਾਹਿਬਾਨ ਤੇ ਸਾਰੇ ਸੰਤ ਮਹਾਂਪੁਰਸ਼, ਸਾਰੀਆਂ ਆਸੇ-ਪਾਸੇ ਤੋਂ ਸੰਗਤਾਂ, ਕੋਈ ਸਰਹੱਦਾਂ ਦੀ ਗੱਲ ਨਹੀਂ ਕਿ ਹਰਿਆਣਾ, ਪੰਜਾਬ, ਦਿੱਲੀ, ਸਾਰੇ ਸਰਹੱਦਾਂ ਤੋਂ ਦੂਰ ਤੱਕ ਜਿੱਥੋਂ ਤੱਕ ਸੰਗਤਾਂ ਪਹੁੰਚ ਸਕਦੀਆਂ ਨੇ, ਚੜ੍ਹਦੀ ਕਲਾ ਦੇ ਨਾਲ ਗੁਰਦੁਆਰਾ ਨਾਢਾ ਸਾਹਿਬ ਵਿਖੇ 25 ਜਨਵਰੀ ਨੂੰ ਜਿਹੜਾ ਇੱਥੇ ਪਹੁੰਚਣ ਤਾਂ ਕਿ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਵੇ ਤੇ ਅਗਾਂਹ ਜਿਹੜੀ ਸਾਡੀ ਧਾਰਮਿਕ ਤੇ ਕਾਨੂੰਨੀ ਲੜਾਈ ਆ ਉਹਨੂੰ ਹੋਰ प्रचंड किया जाए। जथेदार साहब को जब 25 दिसंबर 1992 को अरेस्ट किया था तिवारी साहब की रिपोर्ट के अनुसार, तो उस टाइम एसएचओ गुरमीत सिंह होते थे जिनके खिलाफ एफआईआर दर्ज करने की मांग की गई थी रिपोर्ट में। वो आज डीएसपी हैं, कोई एफआईआर दर्ज नहीं की गई, क्या कहना चाहेंगे? भाई इसे वास्ते असी ਜਿਹੜਾ ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਾਰਮਰ ਐਡੀਸ਼ਨਲ ਐਡਵੋਕੇਟ ਜਨਰਲ ਸਿੰਦਰਪਾਲ ਸਿੰਘ ਬਰਾੜ ਪੰਜਾਬ ਦੇ ਤੇ 4 ਹੋਰ ਉਹਨਾਂ ਨਾਲ 5 ਮੈਂਬਰੀ ਜਿਹੜੀ ਲੀਗਲੀ ਟੀਮ ਬਣਾਈ ਗਈ ਹੈ ਔਰ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਕਿ ਉਹਨਾਂ ਦੋਸ਼ੀਆਂ ਨੂੰ, ਚਾਹੇ ਉਹ ਜਿਹੜਾ ਗੁਰਮੀਤ ਸਿੰਘ ਆ ਤੇ ਚਾਹੇ ਕੋਈ ਹੋਰ ਆ, ਜਿਨ੍ਹਾਂ ਨੇ ਵੀ ਇਸ ਕਤਲ ਕਰਨ ਦੇ ਵਿੱਚ ਰੋਲ ਨਿਭਾਇਆ, ਬੀਪੀ ਤਿਵਾੜੀ ਦੀ ਰਿਪੋਰਟ ਅਨੁਸਾਰ ਉਹਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾਊ। ਕਿਉਂਕਿ ਹੁਣ ਰਿਪੋਰਟ ਜਨਤਕ ਹੋ ਗਈ ਆ, ਕਤਲ ਕਰਨ ਵਾਲੇ ਤਾਂ ਦੋਸ਼ੀ ਹੈ ਹੀ ਸੀ, ਇਸ ਕਤਲ ਦੀ ਜਾਂਚ ਦੀ ਰਿਪੋਰਟ ਨੂੰ ਦੱਬਣ ਵਾਲੇ ਵੀ ਦੋਸ਼ੀ ਆ ਜਿਨ੍ਹਾਂ ਨੇ ਰਿਪੋਰਟ ਬਾਹਰ ਨਹੀਂ ਆਉਣ ਦਿੱਤੀ। ਹੁਣ ਹਿਊਮਨ ਰਾਈਟ ਵੱਲੋਂ ਜੇਕਰ ਇਹ ਰਿਪੋਰਟ ਬਾਹਰ ਆਈ ਆ ਤਾਂ ਹੁਣ ਕਾਨੂੰਨੀ ਲੜਾਈ ਜਿਹੜੀ ਆ ਪੰਥ ਦੇ ਵੱਲੋਂ ਲੜੀ ਜਾਊਗੀ, ਪਰਿਵਾਰ ਦਾ ਵੀ ਸਾਥ ਦਿੱਤਾ ਜਾਊਗਾ ਪੂਰਾ, ਤਾਂ ਹੀ ਥਾਂ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾ ਰਿਹਾ। ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਫਿਰ ਦਿੱਲੀ ਤੇ ਫਿਰ ਹੁਣ ਗੁਰਦੁਆਰਾ ਨਾਢਾ ਸਾਹਿਬ, ਔਰ ਕਾਨੂੰਨ ਦੀ ਲੜਾਈ ਵਿੱਚ ਵੀ ਜਿਹੜਾ ਹੈਗਾ ਪੂਰਾ ਸਾਥ ਜਿਹੜਾ ਹੈਗਾ ਪੰਥ ਦਾ ਦਿੱਤਾ ਜਾਊ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਊਗਾ।